Welcome to Chapter 2, Section A, 12th class, The March King, written by Catherine Little Bakeless. As I told you, she was born on December 5th, 1895 in Bloomsburg, Pennsylvania, USA. ਤਾਂ ਉਹ USA ਦੇ ਹੀ ਜੰਪਲ ਸੀ 5 ਦਸੰਬਰ 1895 ਨੂੰ ਉਹਨਾਂ ਦਾ ਜਨਮ ਹੋਇਆ ਸੀ। ਔਰ ਕੈਥਰੀਨ ਲਿਟਲ ਬੇਕਲਸ ਨੇ ਆਪਣੀ ਜ਼ਿੰਦਗੀ ਦੇ ਵਿੱਚ ਜਿੰਨੀਆਂ ਵੀ ਬੁੱਕਸ ਲਿਖੀਆਂ ਉਹਨਾਂ ਨੇ ਦੂਸਰਿਆਂ ਦੀਆਂ ਲਾਈਵਸ ਦੇ ਉੱਤੇ ਕਾਫੀ ਕੁਝ ਲਿਖਿਆ। The main chapter starts from the life of John Philip Sousa। ਜੋ ਆਪਣੇ ਜੌਨ ਫਿਲਿਪ ਸੌਸਾ ਨੇ ਇਹ US ਦੀ ਆਰਮੀ ਦੇ ਬਹੁਤ ਹੀ ਮਹਾਨ ਸੰਗੀਤਕਾਰ ਹੋਏ ਨੇ। ਉਹ ਇੱਕ ਦਿਨ ਇੱਕ ਕਾਰਨਰ ਤੇ ਖੜੇ ਸੀ ਸੜਕ ਦੇ ਕਿਨਾਰੇ, ਕਿਸ ਦੇ ਨਾਲ? ਆਪਣੀ ਮਦਰ ਦੇ ਨਾਲ ਖੜੇ ਸੀ। stood on the corner with his mother watching a parade pass by। ਉਹਨਾਂ ਦੇ ਕੋਲੋਂ ਕੀ ਜਾ ਰਹੀ ਹੈ? ਇੱਕ ਪਰੇਡ ਜਾ ਰਹੀ ਹੈ। ਹੁਣ ਇਹ ਜਿਹੜੀ ਪਰੇਡ ਹੈ ਇਹ ਕਿਹਨਾਂ ਦੀ ਹੈ? ਇਹ ਪਰੇਡ ਹੈ ਬੇਟੇ ਯੂਨਾਈਟਿਡ ਸਟੇਟਸ ਮਰੀਨ ਬੈਂਡ। ਕਿਸ ਦੀ ਪਰੇਡ ਹੈ? ਯੂਨਾਈਟਿਡ ਸਟੇਟਸ ਮਰੀਨ ਬੈਂਡ। ਉੱਥੇ ਉਹ ਖੜੇ ਆ ਤੇ ਬਹੁਤ ਐਕਸਾਈਟਿਡ ਹੈ, ਐਕਸਾਈਟਿਡ ਫਾਰਮ ਦੇ ਵਿੱਚ ਚਿल्ला ਰਿਹਾ ਹੈ, ਲੁੱਕ ਮਾਮਾ ਦਿਸ ਪਾਪਾ ਨਾਓ। ਯਾਨੀ ਕਿ ਪਰੇਡ ਦੇ ਵਿੱਚ ਕੌਣ ਨੇ? ਉਸਦੇ ਪਾਪਾ ਜਾ ਰਹੇ ਨੇ। ਤੇ ਉਹ ਇੱਕਦਮ ਐਕਸਾਈਟਿਡ ਹੋ ਕੇ ਜਦੋਂ ਪਾਪਾ ਲੰਘਦੇ ਨੇ ਤਾਂ ਆਪਣੇ ਮੰਮਾ ਨੂੰ ਕਹਿੰਦਾ ਕਿ ਮੰਮਾ ਦੇਖੋ ਦੇਖੋ ਪਾਪਾ ਜਾ ਰਹੇ ਆ। ਮਾਰਚਿੰਗ ਅਲੋਂਗ ਇਨ ਦਾ ਬ੍ਰਾਸ ਸੈਕਸ਼ਨ। ਕਈ ਵਾਰੀ ਇਹ ਕੁਐਸਚਨ ਪੁੱਛ ਲਿਆ ਜਾਂਦਾ ਹੈ ਕਿ ਫਿਲਿਪ ਦੇ ਪਾਪਾ ਕਿਸ ਸੈਕਸ਼ਨ 'ਚ ਸੀ? ਉਹ ਸੀਗੇ ਬ੍ਰਾਸ ਸੈਕਸ਼ਨ ਦੇ ਵਿੱਚ। ਮਿਸਟਰ ਸੌਸਾ ਲੁਕਡ ਵੈਰੀ ਹੈਂਡਸਮ। ਉਸਦੇ ਪਾਪਾ ਦੇਖਣ 'ਚ ਕਿਹੋ ਜਿਹੇ ਸੀ? ਬਹੁਤ ਹੈਂਡਸਮ ਸੀ। ਹੀ ਵਿੰਕਡ ਐਜ਼ ਹੀ ਵੈਂਟ ਬਾਏ। ਜਦੋਂ ਉਹ ਆਪਣੇ ਬੇਟੇ ਦੇ ਕੋਲੋਂ ਲੰਘਣ ਲੱਗੇ ਤਾਂ ਆਪਣੇ ਬੇਟੇ ਨੂੰ ਅੱਖ ਮਾਰੀ। ਫਿਲਿਪ ਗ੍ਰਿਨਡ ਬੈਕ। ਗ੍ਰਿਨ ਹੁੰਦਾ ਹੈ ਪੂਰਾ ਖੁੱਲ ਕੇ ਹੱਸਣਾ, ਦੰਦ ਦਿਖਦੇ ਆ ਜਦੋਂ ਸਾਡੇ। ਤਾਂ ਫਿਲਿਪ ਆਪਣੇ ਪਾਪਾ ਨੂੰ ਦੇਖ ਕੇ ਅੱਖ ਮਾਰੀ ਤੇ ਜ਼ੋਰ ਦੀ ਹੱਸਣ ਲੱਗ ਗਿਆ ਆਪਣੇ ਪਾਪਾ ਨਾਲ। ਇਹ ਸਾਡੇ ਚੈਪਟਰ ਦੀ ਬਿਗਿਨਿੰਗ ਹੈ। ਫਿਲਿਪ ਖੜਾ ਹੈ, ਪਰੇਡ ਦੇਖ ਰਿਹਾ, ਪਰੇਡ 'ਚ ਉਸਦੇ ਪਾਪਾ ਨੇ। ਫਿਲਿਪ ਖੁਸ਼ ਹੋ ਕੇ ਆਪਣੀ ਮੰਮਾ ਨੂੰ ਕਹਿੰਦਾ। ਸੋ ਆਪਾਂ ਕੀ ਦੇਖ ਰਹੇ ਹਾਂ ਕਿ ਫਿਲਿਪ ਦੇ ਉੱਤੇ ਉਸਦੇ ਪਾਪਾ ਦਾ ਬਹੁਤ ਜ਼ਿਆਦਾ ਅਸਰ ਹੋਇਆ ਤੇ ਫਿਲਿਪ ਨੂੰ ਇਹ ਚੀਜ਼ ਬਹੁਤ ਜ਼ਿਆਦਾ ਅੱਛੀ ਲੱਗੀ ਕਿ ਮੇਰੇ ਪਾਪਾ ਬੈਂਡ ਦੇ ਵਿੱਚ ਜਾ ਰਹੇ ਨੇ। ਫਿਲਿਪ ਲਵਡ ਬੈਂਡਸ। ਫਿਲਿਪ ਨੂੰ ਬੈਂਡਸ ਸੀ ਜਿਹੜੇ ਉਹ ਬੜੇ ਹੀ ਅੱਛੇ ਲੱਗਦੇ ਸੀ। ਹੀ ਲਵਡ ਬੈਂਡਸ and the nation's capital was a fine place to hear them during the early 1860s। ਅੱਜ ਦੇ ਯੁੱਗ 'ਚ ਤੁਸੀਂ ਬੇਟੇ ਘੱਟ ਸੁਣਦੇ ਹੋ ਬੈਂਡ ਵਗੈਰਾ, ਲੇਕਿਨ ਇਹ ਬੈਂਡਸ 1860 ਦੇ ਵੇਲੇ ਬਹੁਤ ਪਪੂਲਰ ਹੁੰਦੇ ਸੀ। ਹਰ ਇੱਕ ਫੰਕਸ਼ਨ ਦੇ ਉੱਤੇ ਬੈਂਡਸ ਨੂੰ ਬੁਲਾਇਆ ਜਾਂਦਾ ਸੀ, ਖਾਸ ਕਰ ਵਿਆਹ ਸ਼ਾਦੀ ਦੇ ਵਿੱਚ ਵੀ, ਤੇ ਬੈਂਡ ਬਾਜੇ ਵੱਜਦੇ ਸੀ। ਵਾਸ਼ਿੰਗਟਨ ਵਾਜ਼ ਫੁੱਲ ਆਫ ਬੈਂਡਸ। ਵਾਸ਼ਿੰਗਟਨ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਬੈਂਡਸ ਸੀ। ਫਿਲਿਪ ਲਵਡ them all। ਉਸਨੂੰ ਹਰ ਤਰ੍ਹਾਂ ਦਾ ਮਿਊਜ਼ਿਕ ਬੈਂਡ ਹੀ ਪਸੰਦ ਆਉਂਦਾ ਸੀ। ਇੱਥੋਂ ਸਾਨੂੰ ਕੀ ਪਤਾ ਲੱਗਦਾ ਹੈ ਕਿ ਫਿਲਿਪ ਨੂੰ ਸਭ ਤੋਂ ਜ਼ਿਆਦਾ ਕੀ ਪਸੰਦ ਸੀ ਬੇਟਾ? ਕੀ ਪਸੰਦ ਸੀ? ਕੀ ਲਿਖਿਆ ਮੈਂ? ਮਿਊਜ਼ਿਕ। ਤਾਂ ਸੰਗੀਤ ਉਸਨੂੰ ਸਭ ਤੋਂ ਜ਼ਿਆਦਾ ਪਸੰਦ ਸੀ ਔਰ ਉਸਦਾ ਜੀ ਕੀ ਸੀ ਕਿ ਮੈਂ ਵੀ ਆਪਣੇ ਪਾਪਾ ਦੀ ਤਰ੍ਹਾਂ ਇੱਕ ਦਿਨ ਮਰੀਨ ਬੈਂਡ ਦੇ ਵਿੱਚ ਜਾਵਾਂ। ਉਹਨੇ ਮਰੀਨ ਬੈਂਡ ਕੀ ਹੈ? US ਦੀ ਜਿਹੜੀ ਆਰਮੀ ਹੈ, ਸਾਡੇ ਯੂਨਾਈਟਿਡ ਸਟੇਟਸ ਦੀ ਜਿਹੜੀ ਆਰਮੀ ਹੈ, ਆਰਮੀ ਦੇ ਵਿੱਚ ਮਾਰਚ ਪਾਸਟ ਵਾਸਤੇ ਇੱਕ ਬੈਂਡ ਬਣਿਆ ਹੁੰਦਾ ਜਿਹੜੇ ਮਿਊਜ਼ਿਕ ਵਜਾਉਂਦੇ ਨੇ, ਜਿਸ ਦੇ ਨਾਲ ਉਹ ਮਾਰਚ ਪਾਸਟ ਕਰਦੇ ਨੇ। ਤਾਂ US ਆਰਮੀ ਦਾ ਜਿਹੜਾ ਆਫੀਸ਼ੀਅਲ ਬੈਂਡ ਹੈ ਰਾਸ਼ਟਰਪਤੀ ਦਾ, ਉਸ ਦਾ ਨਾਮ ਕੀ ਹੈ? ਮਰੀਨ ਬੈਂਡ। ਉਸਦਾ ਨਾਮ ਕੀ ਹੈ? ਮਰੀਨ ਬੈਂਡ। ਤਾਂ ਹੁਣ ਉਹ ਆਪਣੇ ਪਾਪਾ ਨੂੰ ਦੇਖਦਾ ਹੈ, ਉੱਥੋਂ ਲੰਘਦੇ ਹੋਏ, ਉੱਥੋਂ ਜਾਂਦੇ ਹੋਏ ਮਰੀਨ ਬੈਂਡ ਦੇ ਵਿੱਚ ਬਹੁਤ ਸ਼ਾਨ ਨਾਲ ਉਸਦੇ ਪਾਪਾ ਜਾ ਰਹੇ ਨੇ। ਹੀ ਵਾਚਡ ਮਰੀਨ ਬੈਂਡ ਇਨ ਆਲ ਇਟਸ ਗਲੋਰੀ। ਗਲੋਰੀ ਕੀ ਹੁੰਦੀ ਹੈ ਬੇਟੇ? ਸ਼ਾਨ। ਉਹ ਦੇਖ ਰਹੇ ਆ ਕਿ ਮੇਰੇ ਪਾਪਾ ਕਿਸ ਸ਼ਾਨ ਨਾਲ ਉੱਥੋਂ ਲੰਘ ਰਹੇ ਨੇ ਤੇ ਇਸ ਸ਼ਾਨ ਨੂੰ ਦੇਖਦੇ ਹੋਏ ਉਹਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਮਿਲ ਰਹੀ ਹੈ। ਇਸ ਟਾਈਮ ਜੌਨ ਫਿਲਿਪ ਸੌਸਾ ਦੀ ਉਮਰ ਕਿੰਨੀ ਸੀ? ਹੀ ਵਾਜ਼ 7 years old। ਤਾਂ ਜਿਸ ਟਾਈਮ ਪਹਿਲੀ ਵਾਰ ਉਹ ਮਿਊਜ਼ੀਸ਼ੀਅਨ ਬਣਨਾ ਚਾਹੁੰਦਾ ਉਹਦੀ ਉਮਰ ਕਿੰਨੀ ਹੈ? 7 years old। ਹੁਣ ਇਸ ਚੈਪਟਰ ਦੇ ਵਿੱਚੋਂ ਇੱਕ ਮੋਸਟ ਇੰਪੋਰਟੈਂਟ ਕੁਐਸਚਨ ਬਣਦਾ ਹੈ ਸ਼ਾਰਟ ਆਬਜੈਕਟਿਵ ਟਾਈਪ। ਉਹ ਇਹ ਹੈ ਕਿ what did Philip want to be as a child? ਤਾਂ ਉਹਦਾ ਜਵਾਬ ਸਾਨੂੰ ਇੱਥੇ ਮਿਲ ਗਿਆ excellent। Philip wanted to be a musician as a child। So Philip ਕੀ ਕਰਦਾ ਹੈ? Philip started to attend a school of music। 7 ਸਾਲ ਦੀ ਉਮਰ ਦੇ ਵਿੱਚ ਹੀ ਪਹਿਲੀ ਵਾਰ ਉਹ ਸਕੂਲ ਆਫ ਮਿਊਜ਼ਿਕ ਹੈ ਜਿਹੜਾ ਉਹ ਜੁਆਇਨ ਕਰ ਲੈਂਦਾ ਹੈ। ਇਨ ਹਿਜ਼ ਨੇਬਰਹੁੱਡ। ਇਹ ਸਕੂਲ
ਕਿਹੜਾ ਹੈ? ਉਸਦੇ ਗੁਆਂਢ ਦੇ ਵਿੱਚ ਹੀ ਸਕੂਲ ਹੈ। He liked all his studies but he particularly enjoyed learning to play the violin. ਉਸਨੂੰ ਆਪਣੀ ਸਟੱਡੀ ਬੜੀ ਪਸੰਦ ਹੈ ਲੇਕਿਨ ਉਸਨੂੰ ਸਭ ਤੋਂ ਜ਼ਿਆਦਾ ਕੀ ਵਜਾਉਣਾ ਪਸੰਦ ਹੈ ਕਲਾਸ? ਵਾਇਲਨ। ਵਾਇਲਨ ਇੰਸਟਰੂਮੈਂਟ ਉਸਨੂੰ ਬੜਾ ਪਿਆਰਾ ਲੱਗਦਾ ਹੈ। It was not a very long before he excelled in playing that instrument, for he was both talented and eager to learn. ਜ਼ਿਆਦਾ ਸਮਾਂ ਨਹੀਂ ਲੱਗਿਆ ਜਦੋਂ ਉਹ ਵਾਇਲਨ ਬਜਾਉਣ ਦੇ ਵਿੱਚ ਐਕਸੈਲ ਹੋ ਗਿਆ, ਸਭ ਤੋਂ ਅੱਗੇ ਲੰਘ ਗਿਆ। ਕਿਉਂ? ਕਿਉਂਕਿ ਉਸਦੇ ਅੰਦਰ ਦੋ ਗੁਣ ਸੀ। ਕਿਹੜੇ ਦੋ ਗੁਣ ਸੀ? ਇੱਕ ਤਾਂ ਉਹ ਬਹੁਤ ਟੈਲੈਂਟਡ ਸੀ, ਇੱਕ ਉਹ ਬਹੁਤ ਈਗਰ ਸੀ। ਟੈਲੈਂਟਡ ਕੀ ਹੁੰਦਾ ਹੈ? ਜਿਹੜੇ ਬੰਦੇ ਦੇ ਵਿੱਚ ਹੁਨਰ ਹੋਵੇ। ਟੈਲੈਂਟਡ ਹੁੰਦਾ ਹੁਨਰਮੰਦ ਹੋਣਾ। ਉਹਨੂੰ ਜੋ ਸਿਖਾਇਆ ਜਾਂਦਾ ਉਹ ਸਭ ਤੋਂ ਪਹਿਲਾਂ ਸਿੱਖ ਲੈਂਦਾ ਸੀ। ਈਗਰ ਕੀ ਹੁੰਦਾ ਬੇਟੇ? ਉਤਸੁਕ, ਜਿਹਦੇ ਅੰਦਰ ਬਹੁਤ ਇੱਛਾ ਹੁੰਦੀ ਹੈ ਕੁਝ ਜਾਣਨ ਦੀ, ਕੁਝ ਸਿੱਖਣ ਦੀ, ਕੁਝ ਸਮਝਣ ਦੀ। ਸੋ ਇੱਕ ਤਾਂ ਉਹਦੇ ਅੰਦਰ ਟੈਲੈਂਟ ਸੀ ਬੇਟਾ, ਇੱਕ ਉਸਨੂੰ ਸਿੱਖਣ ਦਾ ਵੀ ਬਹੁਤ ਜ਼ਿਆਦਾ ਕਿਉਰਿਓਸਿਟੀ ਸੀ। ਤਾਂ ਇਹ ਦੋ ਚੀਜ਼ਾਂ ਤਾਂ ਬਹੁਤ ਹੁੰਦੀਆਂ ਨੇ। ਸੋ ਜਿਹੜਾ ਇਨਸਾਨ ਕੋਈ ਕੰਮ 1 ਸਾਲ 'ਚ ਕਰਦਾ ਹੈ, ਜਿਹੜਾ ਬੰਦਾ ਟੈਲੈਂਟਡ ਤੇ ਈਗਰ ਹੋਵੇ ਉਹ ਉਸ ਕੰਮ ਨੂੰ 1 ਮਹੀਨੇ 'ਚ ਹੀ ਕਰ ਦਿੰਦਾ। ਸੋ ਇੰਨਾ ਫਰਕ ਹੁੰਦਾ ਹੈ। ਇਸ ਤਰ੍ਹਾਂ ਜੌਨ ਫਿਲਿਪ ਸੌਸਾ ਨੇ 7 ਸਾਲ ਦੀ ਉਮਰ 'ਚ ਮਿਊਜ਼ਿਕ ਸਕੂਲ ਜੁਆਇਨ ਕਰ ਲਿਆ। ਹੁਣ ਉਸ ਤੋਂ ਅੱਗੇ ਕੀ ਹੁੰਦਾ ਹੈ? ਫਿਲਿਪ ਡਿਡ ਨਾਟ ਸਪੈਂਡ ਆਲ ਹਿਸ ਟਾਈਮ ਪਲੇਇੰਗ ਦ ਵਾਇਲਨ। ਇਹਦਾ ਮਤਲਬ ਇਹ ਨਹੀਂ ਸੀ ਕਿ ਵਾਇਲਨ ਹੀ ਵਜਾਉਂਦਾ ਰਹਿੰਦਾ ਸੀ, ਯਾਨੀ ਕਿ ਮਿਊਜ਼ਿਕ ਤੋਂ ਬਿਨਾਂ ਵੀ ਉਸਨੂੰ ਕਿਸੇ ਚੀਜ਼ ਨਾਲ ਪਿਆਰ ਸੀ। ਉਹ ਕਿਸ ਚੀਜ਼ ਨਾਲ ਪਿਆਰ ਸੀ? ਬੇਸਬਾਲ। ਬੇਸਬਾਲ ਕੀ ਹੈ? ਕ੍ਰਿਕਟ ਦੀ ਤਰ੍ਹਾਂ ਇੱਕ ਗੇਮ ਹੈ। ਹਾਂਜੀ, ਬੈਟ ਤੇ ਬਾਲ ਨਾਲ ਖੇਡੀ ਜਾਣ ਵਾਲੀ ਗੇਮ ਹੈ। ਕ੍ਰਿਕਟ ਦਾ ਜਨਮ ਬੇਸਬਾਲ 'ਚੋਂ ਹੋਇਆ। ਸੋ ਬੇਸਬਾਲ ਉੱਥੋਂ ਦੀ ਇੱਕ ਰਾਸ਼ਟਰੀ ਗੇਮ ਹੈ। ਸੋ ਫਿਲਿਪ ਨੂੰ ਕਿਹੜੀਆਂ ਦੋ ਚੀਜ਼ਾਂ ਪਸੰਦ ਆਈਆਂ? ਇੱਕ ਤਾਂ ਮਿਊਜ਼ਿਕ, ਦੂਸਰੀ ਗੇਮ ਕਿਹੜੀ ਪਸੰਦ ਹੈ ਬੇਟਾ? ਬੇਸਬਾਲ। ਕਈ ਵਾਰੀ ਇਹ ਵੀ ਕੁਐਸਚਨ ਪੁੱਛਿਆ ਜਾਂਦਾ ਕਿ what did Philip liked except music? He liked baseball except music. ਤਾਂ ਜਦੋਂ ਵੀ ਉਹਨੂੰ ਸਮਾਂ ਮਿਲਦਾ ਉਹ ਬੇਸਬਾਲ ਜ਼ਰੂਰ ਖੇਡਦਾ ਸੀ। ਹੁਣ ਆਪਾਂ ਇਸ ਤੋਂ ਅੱਗੇ ਚੱਲਦੇ ਹਾਂ। And that is why he got into trouble one evening when he was 11 years old. ਤਾਂ ਹੁਣ 7 ਸਾਲ ਤੋਂ 11 ਸਾਲ ਦੀ ਉਮਰ ਤੱਕ ਸਭ ਕੁਝ ਉਸਦਾ ਵਧੀਆ ਚੱਲਦਾ ਰਿਹਾ। ਉਹ ਕੀ ਕਰਦਾ ਰਿਹਾ? ਉਹ ਮਿਊਜ਼ਿਕ ਸਿੱਖਦਾ ਰਿਹਾ, ਸਕੂਲ 'ਚ ਪੜ੍ਹਦਾ ਰਿਹਾ ਤੇ ਆਪਣਾ ਖਾਲੀ ਟਾਈਮ 'ਚ ਬੇਸਬਾਲ ਖੇਡਦਾ ਰਿਹਾ। ਲੇਕਿਨ ਫਾਈਨਲੀ ਕੀ ਹੋਇਆ? ਜਦੋਂ ਉਸਦੀ ਉਮਰ ਹੋਈ 11 ਸਾਲ, ਇੱਕ ਵਾਰ ਬੇਸਬਾਲ ਖੇਡਣ ਕਰਕੇ ਉਹ ਇੱਕ ਮੁਸੀਬਤ 'ਚ ਫਸ ਗਿਆ, ਟਰਬਲ 'ਚ ਫਸ ਗਿਆ। ਉਹ ਮੁਸੀਬਤ ਕੀ ਸੀ? ਉਹ ਮੁਸੀਬਤ ਬਾਰੇ ਹੁਣ ਸਾਨੂੰ ਦੱਸਿਆ ਜਾ ਰਿਹਾ ਹੈ। ਐਵਰੀ ਈਅਰ ਐਨ ਈਵਨਿੰਗ ਕਨਸਰਟ। ਹਰ ਸਾਲ ਮਿਊਜ਼ਿਕ ਦਾ ਜਿਹੜਾ ਉਹਨਾਂ ਸਕੂਲ ਸੀ ਉੱਥੇ ਨਾ ਈਵਨਿੰਗ ਕਨਸਰਟ ਹੁੰਦਾ ਸੀ। ਕਨਸਰਟ ਤਾਂ ਤੁਸੀਂ ਸਮਝਦੇ ਹੀ ਹੋ, ਜਿਵੇਂ ਮਿਊਜ਼ੀਕਲ ਨਾਈਟਸ ਹੁੰਦੀਆਂ ਨੇ, ਇੱਕ ਸਿੰਗਰ ਨੂੰ ਟਾਈਮ ਮਿਲਦਾ ਹੈ ਜਾਂ ਕਈ ਸਿੰਗਰਸ ਹੁੰਦੇ ਨੇ ਜਿਹੜੇ ਸਟੇਜ ਸ਼ੋਅ ਕਰਦੇ ਨੇ ਗਾ ਕੇ, ਉਸਨੂੰ ਆਪਾਂ ਕਨਸਰਟ ਕਹਿ ਦਿੰਦੇ ਹਾਂ। ਤੁਸੀਂ ਵਿਆਹ ਸ਼ਾਦੀ ਦੇ ਵਿੱਚ ਆਮ ਹੀ ਦੇਖਦੇ ਹੋ, ਉੱਥੇ ਬੈਂਡ ਹੁੰਦਾ, ਸਿੰਗਰਸ ਹੁੰਦੇ ਨੇ, ਤਾਂ ਉਹ ਬੇਟੇ ਐਕਚੁਅਲੀ ਕਨਸਰਟ ਹੀ ਹੁੰਦਾ ਹੈ। ਤਾਂ ਇਹ ਕਨਸਰਟ ਜਿਹੜਾ ਹੈ ਹਰ ਸਾਲ ਮਿਊਜ਼ਿਕ ਸਕੂਲ ਵੱਲੋਂ ਕੀਤਾ ਜਾਂਦਾ ਸੀ। ਇਸ ਸਾਲ ਇਸ ਮਿਊਜ਼ਿਕ ਸਕੂਲ ਦੀ ਕੀ ਖਾਸੀਅਤ ਸੀ ਕਿ ਉਹਨਾਂ ਨੇ ਫਿਲਿਪ ਨੂੰ ਚੁਣਿਆ ਸੀ। ਕਾਹਦੇ ਵਾਸਤੇ? ਟੂ ਪਲੇ ਵਾਇਲਨ ਸੋਲੋ। ਫਿਲਿਪ ਨੂੰ ਸਪੈਸ਼ਲ ਟਾਈਮ ਦਿੱਤਾ ਜਾਣਾ ਹੈ ਜਿਹਦੇ ਵਿੱਚ ਕਿ ਉਸਨੇ ਸਟੇਜ ਤੇ ਬੈਠ ਕੇ ਵਾਇਲਨ ਵਜਾਉਣੀ ਆ। ਸੋਲੋ ਮਤਲਬ ਇਕੱਲੇ ਨੂੰ ਉਸਨੂੰ ਸਿਰਫ 11 ਸਾਲ ਦੀ ਉਮਰ ਦੇ ਵਿੱਚ ਕਨਸਰਟ ਦੇ ਵਿੱਚ ਪਰਫਾਰਮ ਕਰਨ ਦਾ ਮੌਕਾ ਮਿਲ ਰਿਹਾ। ਕੀ ਪਰਫਾਰਮ ਕਰਨਾ ਉਹਨੇ ਵਾਇਲਨ ਵਜਾਉਣੀ ਆ, ਆਪਣੀ ਵਾਇਲਨ ਪਲੇ ਕਰਕੇ ਦਿਖਾਣੀ ਹੈ। For several months he had been earning money by directing a small band. ਸੋ ਹੁਣ ਉਹਦੀ ਵਾਇਲਨ ਦਾ ਕੀ ਹਾਲ ਹੈ? ਮੈਂ ਤੁਹਾਨੂੰ ਦੱਸਿਆ ਹੀ ਹੈ ਕਿ ਵਾਇਲਨ ਦੇ ਵਿੱਚ ਉਹ ਇੰਨਾ ਜ਼ਿਆਦਾ ਬ੍ਰਿਲੀਅੰਟ ਹੈ ਕਿ ਉਹ ਇੱਕ ਛੋਟੇ ਜਿਹੇ ਬੈਂਡ ਨੂੰ ਡਾਇਰੈਕਟ ਵੀ ਕਰ ਰਿਹਾ ਸੀਗਾ ਉਹਨਾਂ ਦਿਨਾਂ ਦੇ ਵਿੱਚ 11 ਸਾਲ ਦੀ ਉਮਰ 'ਚ। ਸੋ the thought of playing in the concert did not make him least bit nervous. ਜਿਹੜਾ ਬੱਚਾ ਇੰਨਾ ਕੰਮ ਕਰ ਰਿਹਾ ਤਾਂ ਉਹ ਬੱਚਾ ਨਰਵਸ ਹੋਊਗਾ ਕਿਤੇ? ਬਿਲਕੁਲ ਵੀ ਨਹੀਂ। ਕਹਿੰਦੇ ਇਸ ਲਈ ਕਨਸਰਟ 'ਚ ਉਸਨੂੰ ਬਿਲਕੁਲ ਵੀ ਨਰਵਸ ਨਹੀਂ ਹੋ ਰਿਹਾ ਸੀ, ਬੜਾ ਕੌਨਫੀਡੈਂਟ ਸੀ ਉਹ ਕਿ ਆਪਾਂ ਨੂੰ ਤਾਂ ਸਾਰਾ ਕੁਝ ਆਉਂਦਾ ਹੈ, ਮੌਜ ਨਾਲ ਵਜਾ ਦਾਂਗੇ। ਲੇਕਿਨ ਕਈ ਵਾਰੀ ਨਾ ਅਸੀਂ ਇੰਨੇ ਕੌਨਫੀਡੈਂਟ ਹੋ ਜਾਂਦੇ ਹਾਂ, ਅਸੀਂ ਉੱਥੇ ਹੀ ਗਲਤੀ ਕਰ ਜਾਂਦੇ ਹਾਂ। ਇਹ ਕੀ ਹੈ ਗਲਤੀ? ਹੀ did not feel nervous, he did a foolish thing. ਇਸ ਓਵਰ ਕੌਨਫੀਡੈਂਸ ਦੇ ਵਿੱਚ ਉਹ ਇੱਕ ਗਲਤੀ ਕਰ ਗਿਆ। on the very day of concert, ਜਿਸ ਦਿਨ ਕਨਸਰਟ ਹੋਣਾ ਸੀ, ਫਿਲਿਪ pitched a game of baseball. ਸ਼ਾਮ ਨੂੰ ਹੋਣਾ ਕਨਸਰਟ, ਸਵੇਰੇ ਉਹ ਕੀ ਖੇਡ ਰਿਹਾ ਕਲਾਸ? ਹਾਂਜੀ, ਸ਼ਾਮ ਨੂੰ ਉਹਦਾ ਕਨਸਰਟ ਹੈ, ਸਵੇਰੇ ਕੀ ਖੇਡ ਰਿਹਾ? ਬੇਸਬਾਲ। ਔਰ ਬੇਸਬਾਲ ਇਹੋ ਜਿਹੀ ਗੇਮ ਹੈ ਕਿ ਬੱਚੇ ਘੰਟਿਆਂ ਘੰਟਿਆਂ ਖੇਲੀ ਜਾਂਦੇ ਕ੍ਰਿਕਟ ਦੀ ਤਰ੍ਹਾਂ। He was tired and puffing,
ਦੁਪਹਿਰ ਕਰਤੀ ਖੇਡਦੇ ਖੇਡਦੇ ਔਰ ਪੂਰਾ ਥੱਕ ਗਿਆ। ਪਫਿੰਗ ਮਤਲਬ ਸਾਹ ਚੜਿਆ ਹੋਇਆ। ਘਰ ਪਹੁੰਚਿਆ ਉਹ, ਹੀ ਕੇਮ ਹੋਮ ਡੈਸ਼ਿੰਗ ਹੋਮ ਐਟ ਸਪਰ ਟਾਈਮ। ਦੁਪਹਿਰ ਦੇ ਖਾਣੇ ਦੇ ਟਾਈਮ ਤੇ, ਸਪਰ ਕੀ ਹੁੰਦਾ ਖਾਣਾ, ਖਾਣੇ ਦੇ ਟਾਈਮ ਤੇ ਉਹ ਉੱਥੇ ਪਹੁੰਚਿਆ, ਹਫਿਆ ਹੋਇਆ, ਪੂਰਾ ਥੱਕਿਆ ਹੋਇਆ। ਕੱਪੜੇ ਕਿਹੋ ਜਿਹੇ ਸੀ ਉਹਦੇ? ਡਰਟ ਵਾਜ਼ ਸਟ੍ਰੀਕਡ ਅਕ੍ਰੋਸ ਹਿਜ਼ ਮੋਇਸਟ ਫੋਰਹੈਡ। ਉਸਦੇ ਕੱਪੜੇ ਗੰਦੇ ਹੋਏ ਸੀ। ਕਲੋਥਸ ਵਰ ਡਸਟੀ ਐਂਡ ਰਿੰਕਲਡ। ਮੱਥੇ ਤੇ ਚਿੱਕੜ ਲੱਗਿਆ ਹੋਇਆ ਸੀ, ਪੂਰਾ ਗੰਦਾ ਮੰਦਾ ਹੋਇਆ ਪਿਆ ਸੀ। ਸ਼ਾਮ ਨੂੰ ਉਸਦਾ ਕੰਸਰਟ ਹੈ। ਦੁਪਹਿਰ ਤੱਕ ਉਹਨੇ ਆਪਣੀ ਹਾਲਤ ਬਣਾ ਰੱਖੀ ਹੈ। ਸਵੇਰ ਦਾ ਉਹ ਬੇਸਬਾਲ ਖੇਡ ਰਿਹਾ ਤੇ ਕੰਸਰਟ ਉਸਨੂੰ ਭੁੱਲ ਹੀ ਗਿਆ। ਘਰ ਪਹੁੰਚਦੇ ਹੀ ਉਹ ਕੀ ਕਹਿੰਦਾ? ਬੱਚੇ ਜਦੋਂ ਖੇਡ ਕੇ ਆਉਂਦੇ ਇੱਕੋ ਹੀ ਚੀਜ਼ ਕਹਿੰਦੇ ਆ ਮਾਂ ਨੂੰ, ਆਈ ਐਮ ਸਟਾਰਵਡ, ਭੁੱਖ ਲੱਗੀ ਹੈ। ਇਹ ਚੀਕਦਾ ਚੀਕਦਾ ਉਹ ਰਸੋਈ ਵੱਲ ਨੂੰ ਜਾ ਰਿਹਾ ਸੀ, ਅਪਸਟੇਅਰਸ ਪੌੜੀਆਂ ਚੜ੍ਹਦਾ ਜਾ ਰਿਹਾ ਸੀ। देयर वॉज नो आंसर। ਉਸਨੂੰ ਕੋਈ ਜਵਾਬ ਨਹੀਂ ਮਿਲਿਆ। ਸਡਨਲੀ ਫਿਲਿਪ ਰਿयलाइज्ड दैट समथिंग वाज wrong। ਉਸਨੇ ਦੇਖਿਆ ਕਿ ਕੁਝ ਗੜਬੜ ਹੈ। ਤਾਂ ਉਸਨੇ ਦੇਖਿਆ ਕਿ ਉਸਨੂੰ ਕਲੌਕ ਦੀ ਸਲੋ ਟਿਕਿੰਗ ਦੀ ਆਵਾਜ਼ ਵੀ ਆ ਰਹੀ ਹੈ। ਘਰ ਦੇ ਵਿੱਚ ਇੰਨਾ ਸਾਇਲੈਂਸ ਹੈ। ਵੇਅਰ ਇਜ਼ ਐਵਰੀਬॉडी, ਹੀ ਯੈਲਡ। ਉਸਨੇ ਚਿल्ला ਕੇ ਪੁੱਛਿਆ ਸਾਰੇ ਜਣੇ ਕਿੱਥੇ ਨੇ? ਯਾਨੀ ਕਿ ਜਦੋਂ ਉਹ ਘਰ ਗਿਆ ਤਾਂ ਉਸਦੀ ਮੰਮਾ ਘਰੇ ਨਹੀਂ ਹੈ। ਪਜ਼ਲ ਹੋ ਗਿਆ ਉਹ, ਪਜ਼ਲਡ ਬਾय ਦ ਸਾਇਲੈਂਸ। ਫਿਲਿਪ ਰੈਨ ਇਨਟੂ ਦ ਕਿਚਨ। ਰਸੋਈ ਚ ਗਿਆ, ਭੁੱਖ ਲੱਗੀ ਆ ਖਾਣ ਨੂੰ ਕੁਛ। ਤਾਂ ਉੱਥੇ ਕੀ ਪਿਆ ਸੀ? ਕੁਛ ਸੈਂਡਵਿਚਸ ਪਏ ਸੀ, ਬ੍ਰੈਡ ਦੇ ਸੈਂਡਵਿਚਸ ਬਣਾ ਕੇ ਰੱਖੇ ਹੋਏ ਸੀ। ਨਾਲ ਹੀ ਇੱਕ ਨੋਟ ਪਿਆ ਸੀ, ਉਸਦੇ ਮਾਤਾ ਜੀ ਨੇ ਲਿਖ ਕੇ ਰੱਖਿਆ ਸੀ। ਮਾਤਾ ਜੀ ਨੇ ਉਸ ਨੋਟ 'ਚ ਕੀ ਦੱਸਿਆ? ਸ਼ੀ ਹੈਡ ਬੀਨ ਕਾਲਡ ਅਵੇ ਵੈਰੀ ਸਡਨਲੀ। ਮੈਨੂੰ ਅਚਾਨਕ ਬੁਲਾ ਲਿਆ ਬੇਟਾ। ਕਿਸਨੇ ਬੁਲਾਇਆ? ਇਲਨੈਸ ਆਫ ਫਰੈਂਡ, ਮੇਰੀ ਫਰੈਂਡ ਅਚਾਨਕ ਬਿਮਾਰ ਹੋ ਗਈ। ਸ਼ੀ ਵੁਡ ਨਾਟ ਬੀ ਬੈਕ ਅੰਟਿਲ ਈਵਨਿੰਗ। ਸ਼ਾਮ ਤੱਕ ਮੈਂ ਵਾਪਿਸ ਨਹੀਂ ਆਉਂਗੀ। ਉਹਦੇ ਲਈ ਸੈਂਡਵਿਚ ਬਣਾ ਕੇ ਰੱਖ ਕੇ ਗਈ ਆ ਉਸਦੀ ਮੰਮਾ। ਫਿਲਿਪ ਲੁਕਡ ਐਟ ਦ ਕਲੌਕ। ਫਿਲਿਪ ਨੇ ਉਸੇ ਟਾਈਮ ਕਿੱਥੇ ਦੇਖਿਆ? ਕਲੌਕ ਵੱਲ ਦੇਖਿਆ। ਹੁਣ ਉਹਨੂੰ ਕੀ ਯਾਦ ਆ ਗਿਆ ਕਲਾਸ? ਕਲੌਕ ਵੱਲ ਦੇਖ ਕੇ ਕੀ ਯਾਦ ਆ ਗਿਆ ਉਹਨੂੰ? ਹਾਂਜੀ, ਕਨਸਰਟ ਯਾਦ ਆ ਗਿਆ, ਸ਼ਾਬਾਸ਼। ਹੀ ਵੁਡ ਹੈਵ ਟੂ ਹਰੀ ਟੂ ਗੈਟ ਟੂ ਦ ਕਨਸਰਟ ਔਨ ਟਾਈਮ। ਹੁਣ ਉਸਨੂੰ ਕਾਹਲੀ ਹੋਣ ਲੱਗ ਗਈ, ਕਾਹਲੀ ਮਚਾਉਣ ਲੱਗ ਗਿਆ। ਹਰੀ ਮਤਲਬ ਕਾਹਲੀ ਕਰਨਾ, ਜਲਦੀ ਕਰਨਾ, ਕਿ ਮੈਂ ਫਟਾਫਟ ਕੰਸਰਟ ਦੇ ਵਿੱਚ ਪਹੁੰਚ ਜਾ। ਉਸਨੇ ਕੀ ਕੀਤਾ? ਹੀ ਵਾਸ਼ਡ, ਆਪਣਾ ਮੂੰਹ ਹੱਥ ਵਗੈਰਾ ਧੋਇਆ। ਗੋਬਲਡ ਸੈਂਡਵਿਚ, ਗੋਬਲਡ ਹੁੰਦਾ ਨਿਗਲ ਜਾਣਾ ਫਟਾਫਟ। ਖਾਣ ਦਾ ਤਾਂ ਉਹਦੇ ਕੋਲ ਪ੍ਰੋਪਰਲੀ ਟਾਈਮ ਨਹੀਂ, ਫਟਾਫਟ ਨਿਗਲ ਗਿਆ ਆਪਣੇ ਸੈਂਡਵਿਚ ਨੂੰ। ਐਂਡ ਰੈਨ ਟੂ ਹਿਜ਼ ਰੂਮ ਟੂ ਡਰੈਸ। ਚਲੋ ਠੀਕ ਹੈ, ਮੂੰਹ ਹੱਥ ਧੋ ਲਿਆ, ਸੈਂਡਵਿਚ ਖਾ ਲਿਆ, ਹੁਣ ਫਟਾਫਟ ਗਿਆ ਆਪਣੇ ਕਮਰੇ 'ਚ ਕਿ ਚਲੋ ਮੈਂ ਕੱਪੜੇ ਪਾ ਕੇ ਜਾਣਾ ਆਪਣੇ ਕਨਸਰਟ ਦੇ ਵਿੱਚ। ਲੇਕਿਨ ਗੜਬੜ ਕੀ ਹੋਈ? ਹੀ ਲੁਕਡ ਫॉर ਅ ਸ਼ਰਟ ਇਨ ਦ ਡਰਾਅਰ। ਦਰਾਜ ਦੇ ਵਿੱਚ ਉਹ ਸ਼ਰਟ ਚਾਹੁੰਦਾ ਹੈ, ਕਲੀਨ ਲਾਂਡਰੀ, ਜਿੱਥੇ ਉਹਦੀ ਮੰਮਾ ਉਸਦੇ ਕੱਪੜੇ ਰੱਖਦੀ ਸੀ ਸਾਫ ਸੁਥਰੇ। ਦ ਡਰਾਅਰ ਵਾਜ਼ ਐਮਟੀ। ਅਸਲ 'ਚ ਉਹ ਦਰਾਜ ਕੀ ਸੀ? ਖਾਲੀ ਸੀ। ਦ ਲਾਂਡਰੀ ਹੈਡ ਨਾਟ ਯੈਟ ਕਮ ਬੈਕ। ਕੱਪੜੇ ਧੋਣ ਲਈ ਗਏ ਸੀ, ਧੋਬੀ ਤੋਂ ਵਾਪਿਸ ਨਹੀਂ ਆਏ ਸੀ। ਓ ਫਿਲਿਪ ਮੋਨਡ ਫੋਰਲੋਨਲੀ। ਦੁਖੀ ਹੋ ਕੇ ਕਹਿੰਦਾ, ਓ ਵਟ ਸ਼ੈਲ ਆਈ ਡੂ? ਹੁਣ ਮੈਂ ਕੀ ਕਰਾਂ? ਆਈ ਕਾਂਟ ਪਲੇ ਵਿਦਆਊਟ ਅ ਕਲੀਨ ਸ਼ਰਟ। ਸਟੇਜ ਤੇ ਸਭ ਦੇ ਸਾਹਮਣੇ ਜਾਣਾ ਹੈ, ਮੈਂ ਕਿਵੇਂ ਇੱਕ ਸਾਫ ਸ਼ਰਟ ਬਿਨਾਂ ਉੱਥੇ ਤੱਕ ਪਲੇ ਕਰੂੰਗਾ ਸਭ ਦੇ ਸਾਹਮਣੇ ਜਾ ਕੇ? ਬੱਚੇ ਇੱਥੋਂ ਤੱਕ ਸਮਝ ਆ ਗਿਆ ਚੈਪਟਰ? ਕੋਈ ਕੁਐਸਚਨ? ਐਨੀ ਕੁਐਸਚਨ? ਓਕੇ। ਤਾਂ ਜਦੋਂ ਉਹ ਆਪਣੀ ਸ਼ਰਟ ਲਈ ਟੈਨਸ਼ਨ ਲੈ ਰਿਹਾ, ਸਡਨਲੀ ਫਿਲਿਪ ਰਿयलाइज्ड दैट ही ought to tell his music teacher। ਮੰਮਾ ਤਾਂ ਘਰੇ ਹੈ ਨਹੀਂ, ਪਾਪਾ ਘਰ ਹੈ ਨਹੀਂ, ਤਾਂ ਉਸਨੂੰ ਕਿਸ ਦੀ ਯਾਦ ਆਉਂਦੀ ਹੈ? ਆਪਣੇ ਮਿਊਜ਼ਿਕ ਟੀਚਰ ਦੀ। ਮਿਊਜ਼ਿਕ ਟੀਚਰ ਦਾ ਨਾਮ ਕੀ ਹੈ ਬਈ? ਪ੍ਰੋਫੈਸਰ ਐਸਪਿਊਟਾ। ਕੀ ਨਾਮ ਹੈ ਮਿਊਜ਼ਿਕ ਟੀਚਰ ਦਾ? ਪ੍ਰੋਫੈਸਰ ਐਸਪਿਊਟਾ। ਇਸ ਦੇ ਵਿੱਚ ਮਿਊਜ਼ਿਕ ਟੀਚਰ ਦੀ ਵਾਈਫ ਦੀ ਵੀ ਗੱਲ ਆਊਗੀ। ਤਾਂ ਮਿਊਜ਼ਿਕ ਟੀਚਰ ਦੀ ਵਾਈਫ ਨੂੰ ਕੀ ਕਿਹਾ ਗਿਆ ਇੱਥੇ? ਮਿਸਿਜ਼ ਐਸਪਿਊਟਾ। ठीक है, मिस्टर एस्प्यूटा म्यूजिक टीचर, मिसिज एस्प्यूटा हिज वाइफ। he ran over to the school and gasped out his story। ਫਟਾਫਟ ਭੱਜਿਆ ਗਿਆ ਮਿਊਜ਼ਿਕ ਸਕੂਲ, ਉੱਥੇ ਜਾ ਕੇ ਆਪਣੇ ਮਿਊਜ਼ਿਕ ਟੀਚਰ ਨੂੰ ਸਾਰੀ ਕਹਾਣੀ ਦੱਸ। ਹੁਣ ਦੱਸੋ ਮਿਊਜ਼ਿਕ ਟੀਚਰ ਖੁਸ਼ ਹੋਊਗਾ ਕਿ ਦੁਖੀ ਹੋਊਗਾ? ਹਾਂ, ਇਹ ਸੁਣ ਕੇ ਮਿਊਜ਼ਿਕ ਟੀਚਰ ਨੇ ਕੀ ਕੀਤਾ? ਦੁਖੀ ਹੋ ਗਿਆ। ਹੀ ਸਕਾਉਲਡ, ਘੂਰਨ ਲੱਗ ਗਿਆ, ਚਿੰਤਾ ਕਰਨ ਲੱਗ ਗਿਆ। ਦੈਟਸ ਆਲ ਰਾਈਟ, ਰਨ ਟੂ ਮਾਈ ਹਾਊਸ। ਫਿਰ ਉਹ ਕੋਈ ਹੱਲ ਸੋਚਣ ਦੀ ਕੋਸ਼ਿਸ਼ ਕਰਦਾ ਹੈ। ਮਿਊਜ਼ਿਕ ਟੀਚਰ ਕੀ ਕਹਿੰਦੇ ਆ? ਪ੍ਰੋਫੈਸਰ ਐਸਪੀਟਾ ਨੇ ਕਿਹਾ, ਚੱਲ ਠੀਕ ਹੈ, ਹੁਣ ਮੇਰੇ ਘਰ ਜਾ ਭੱਜ ਕੇ। ਉੱਥੇ ਜਾ ਕੇ ਕੀ ਕਰ? ਟੈਲ ਮਾਈ ਵਾਈਫ ਟੂ ਗਿਵ ਯੂ ਵਨ ਆਫ ਮਾਈ ਸ਼ਰਟਸ।
ਮੇਰੀ ਵਾਈਫ ਨੂੰ ਕਹਿ ਕੇ ਮੇਰੀ ਕੋਈ ਸ਼ਰਟ ਤੈਨੂੰ ਦੇ ਦੂਗੀ। ਹੁਣ ਮਿਸਟਰ ਐਸਪਿਊਟਾ ਇੱਕ ਵੱਡਾ ਇਨਸਾਨ ਹੈ ਤੇ ਇਹ ਵਿਚਾਰਾ ਆਪਣਾ 11 ਸਾਲ ਦਾ ਬੱਚਾ ਹੈ। ਹਾਲਾਂਕਿ ਇਹਦੀ ਸ਼ਰਟ ਆਣੀ ਨਹੀਂ ਹੈਗੀ, ਇਹਦੇ ਮਿਸਟਰ ਐਸਪਿਊਟਾ ਦੀ ਸ਼ਰਟ ਕਿਵੇਂ ਆ ਜੂਗੀ? ਇੱਕ ਮੈਨ ਦੀ ਸ਼ਰਟ ਇੱਕ 11 ਸਾਲ ਦੇ ਬੱਚੇ ਦੇ ਕਿਵੇਂ ਆ ਜੂਗੀ? ਪਰ ਫਿਰ ਵੀ ਉਹ ਸੋਚਦਾ ਹੈ ਕਿ ਹੁਣ ਹੋਰ ਤਾਂ ਕੋਈ ਹੱਲ ਹੋ ਨਹੀਂ ਨਾ ਸਕਦਾ, ਇਸ ਲਈ ਤੂੰ ਮੇਰੇ ਘਰ ਜਾ, ਮੇਰੀ ਵਾਈਫ ਨੂੰ ਕਹਿ ਤੈਨੂੰ ਕੋਈ ਨਾ ਕੋਈ ਸ਼ਰਟ ਦੇ ਦੇਵੇ। ਮਿਸਿਸ ਐਸਪਿਊਟਾ, ਹੁਣ ਆ ਗਈ ਐਂਟਰੀ ਕਿਹਦੀ ਹੋਗੀ? ਮਿਸਟਰ ਐਸਪਿਊਟਾ ਦੀ ਵਾਈਫ ਦੀ। ਮਿਸਿਸ ਐਸਪਿਊਟਾ ਕੁਇਕਲੀ ਫੈਚਡ ਵਨ ਆਫ ਦਾ ਹਸਬੈਂਡ ਸ਼ਰਟ, ਉਸਨੇ ਫਟਾਫਟ ਕੱਪੜੇ ਫਰੋਲੇ, ਉਸ ਵਿੱਚੋਂ ਦੇਖਿਆ ਕਿ ਸਭ ਤੋਂ ਛੋਟੀ ਕੋਈ ਸ਼ਰਟ ਹੋਵੇ। ਵੈਨ ਫਿਲਿਪ ਪੁੱਟ ਇਟ ਔਨ ਸ਼ੀ ਬਿਗਨ ਟੂ ਐਕਸਕਲੇਮ, ਤੇ ਜਦੋਂ ਹੀ ਫਿਲਿਪ ਨੇ ਉਹ ਸ਼ਰਟ ਪਾਈ ਤਾਂ ਉਸਨੇ ਹੈਰਾਨੀ ਨਾਲ ਕਿਹਾ, ਓ ਡੀਅਰ ਗ੍ਰੇਸ਼ੀਅਸ, ਦ ਸ਼ਰਟ ਵਾਜ਼ ਸੋ ਲਾਰਜ ਦੈਟ ਫਿਲਿਪ ਵਾਜ਼ ਆਲਮੋਸਟ ਲੌਸਟ ਇਨ ਇਟ। ਤੇ ਉਸਨੇ ਕਿਹਾ, ਹੇ ਪਰਮਾਤਮਾ। ਕਿਉਂ ਕਿਹਾ? ਕਿਉਂਕਿ ਸ਼ਰਟ ਇੰਨੀ ਵੱਡੀ ਸੀ, ਸੋ ਲਾਰਜ, ਇੰਨੀ ਵੱਡੀ ਸੀ ਕਿ ਫਿਲਿਪ ਵਾਜ਼ ਆਲਮੋਸਟ ਲੌਸਟ, ਫਿਲਿਪ ਉਹਦੇ ਵਿੱਚ ਗੁੰਮ ਹੀ ਗਿਆ ਉਹਨੂੰ ਪਾ ਕੇ। ਹੇਸਟੀਲੀ ਮਿਸਿਸ ਐਸਪਿਊਟਾ ਫਾਊਂਡ ਅ ਬਾਕਸ ਆਫ ਪਿੰਸ। ਹੁਣ ਕਾਲੀ ਕਾਲੀ ਦੇ ਵਿੱਚ, ਹੇਸਟਲੀ ਹੁੰਦਾ ਕਾਲੀ ਕਾਲੀ ਦੇ ਵਿੱਚ, ਮਿਸਿਸ ਐਸਪਿਊਟਾ ਉਹਦਾ ਹੱਲ ਲੱਭਣ ਲੱਗੀ ਵੀ ਹੁਣ ਮੈਂ ਕੀ ਕਰਾਂ। ਉਸਨੂੰ ਇੱਕ ਬਕਸਾ ਮਿਲਿਆ, ਬਕਸੇ ਦੇ ਵਿੱਚ ਕੀ ਸੀ? ਪਿੰਸ ਸੀਗੀਆਂ ਬਹੁਤ ਸਾਰੀਆਂ। ਇਨ ਅ ਟਵਿੰਕਲਿੰਗ ਹਰ ਨਿੰਬਲ ਫਿੰਗਰਸ, ਨਿੰਬਲ ਦਾ ਮੀਨਿੰਗ ਪੁੱਛਦੇ ਨੇ ਕਈ ਵਾਰੀ ਪੇਪਰ ਦੇ ਵਿੱਚ ਪੁੱਛਦੇ ਨੇ, ਨਿੰਬਲ ਦਾ ਮੀਨਿੰਗ ਕੀ ਹੈ? ਨਿੰਬਲ ਦਾ ਮੀਨਿੰਗ ਹੁੰਦਾ ਤੇਜ਼, ਜਾਂ ਆਪਾਂ ਇਹਨੂੰ ਕਹਿ ਸਕਦੇ ਹਾਂ ਫਾਸਟ। ਇੰਗਲਿਸ਼ 'ਚ ਇਹਦਾ ਮੀਨਿੰਗ ਹੈ ਫਾਸਟ, ਪੰਜਾਬੀ 'ਚ ਇਹਦਾ ਮੀਨਿੰਗ ਹੈ ਤੇਜ਼। ਤਾਂ ਉਸਦੀਆਂ ਤੇਜ਼ ਤੇਜ਼ ਉਂਗਲਾਂ ਨੇ ਪਿੰਡ ਥਰੂ ਦਾ ਸ਼ਰਟ, ਉਸਦੀਆਂ ਉਂਗਲਾਂ ਨੇ ਉਸਦੀ ਸ਼ਰਟ ਨੂੰ ਪੂਰੀ ਤਰ੍ਹਾਂ ਫਿੱਟ ਕਰ ਦਿੱਤਾ, ਫਟਾਫਟ ਪਿੰਸ ਲਗਾਤੀਆਂ, ਯਾਨੀ ਕਿ ਟਾਈਮ ਇੰਨਾ ਘੱਟ ਰਹਿ ਗਿਆ ਸੀ ਕਿ ਫਟਾਫਟ ਪਿੰਨਾਂ ਲਾ ਕੇ ਹੀ ਉਸਨੇ ਪੂਰੀ ਸ਼ਰਟ ਨੂੰ ਅੰਦਰੋਂ ਟਾਈਟ ਕਰਤਾ। ਦੇ ਬੋਥ ਹੀਵਡ ਅ ਬਿਗ ਸਾਈ ਆਫ ਰਿਲੀਫ, ਦੋਨਾਂ ਨੇ ਸੁੱਖ ਦਾ ਸਾਹ ਲਿਆ। ਹੁਣ ਫਿਲਿਪ ਨੂੰ ਆਪਣੀ ਵਾਇਲਨ ਦੀ ਤਾਂ ਟੈਨਸ਼ਨ ਨਹੀਂ ਸੀ, ਕਿਉਂਕਿ ਵਾਇਲਨ 'ਚ ਤਾਂ ਆਲਰੇਡੀ ਐਕਸਪਰਟ ਸੀ, ਸਿਰਫ ਸ਼ਰਟ ਦੀ ਪ੍ਰੋਬਲਮ ਸੀ, ਉਹ ਸੋਲਵ ਹੋ ਗਈ। ਦੈਨ ਫ੍ਰੀ ਫਰੋਮ ਐਂਜ਼ਾਈਟੀ ਫਿਲਿਪ ਹਰੀਡ ਬੈਕ ਟੂ ਦ ਸਕੂਲ। ਕਿਸੇ ਵੀ ਐਂਜ਼ਾਈਟੀ ਕੀ ਹੁੰਦੀ ਹੈ ਬੇਟੇ? ਚਿੰਤਾ। ਐਂਜ਼ਾਈਟੀ ਕੀ ਹੁੰਦੀ ਹੈ? ਚਿੰਤਾ। ਤਾਂ ਹੁਣ ਉਹਨੂੰ ਕੋਈ ਚਿੰਤਾ ਨਹੀਂ ਰਹੀ, ਮਿਊਜ਼ਿਕ ਦੀ ਚਿੰਤਾ ਪਹਿਲਾਂ ਨਹੀਂ ਸੀ, ਸ਼ਰਟ ਦੀ ਚਿੰਤਾ ਮਿਸਿਸ ਐਸਪਿਊਟਾ ਨੇ ਹੱਲ ਕਰਤੀ ਤੇ ਉਹ ਚੁੱਪਚਾਪ ਸਕੂਲ ਚਲਾ ਗਿਆ। ਦ ਕੰਸਰਟ ਫਾਈਨਲੀ ਬਿਗੈਨ, ਤੇ ਉੱਥੇ ਕੰਸਰਟ ਸ਼ੁਰੂ ਹੋ ਗਿਆ। ਸੂਨ ਇਟ ਵਾਜ਼ ਦ ਟਾਈਮ ਫॉर ਫਿਲਿਪਸ ਆਲਸੋ, ਜਲਦੀ ਫਿਲਿਪ ਦੀ ਵਾਰੀ ਵੀ ਆ ਗਈ। ਹੀ ਸਟੂਡ ਅਪ, ਪਲੇਸ ਦ ਵਾਇਲਨ ਅੰਡਰ ਹਿਸ ਚਿਨ, ਵਾਇਲਨ ਨਾ ਠੋਡੀ ਕੋਲ ਰੱਖ ਕੇ ਵਜਾਈ ਜਾਂਦੀ ਹੈ, ਤੇ ਉਸਨੇ ਵਾਇਲਨ ਕੀ ਕੀਤੀ? ਆਪਣੀ ਠੋਡੀ ਕੋਲ ਰੱਖ ਕੇ ਵਜਾਈ। ਐਂਡ ਰੇਜ਼ਡ ਹਿਸ ਬੋ, ਤੇ ਉਸਨੇ ਆਪਣਾ ਹੱਥ ਚੁੱਕਿਆ ਤੇ ਉਸਨੂੰ ਵਾਇਲਨ ਨੂੰ ਵਜਾਉਣ ਲੱਗਾ। ਹੁਣ ਬੇਟੇ ਵਾਇਲਨ ਜਦੋਂ ਅਸੀਂ ਵਜਾਉਂਦੇ ਹਾਂ ਨਾ, ਇੱਕ ਹੱਥ ਸਾਡਾ ਮੂਵ ਕਰਦਾ, ਲਗਾਤਾਰ ਇੱਕ ਹੱਥ ਚੱਲਦਾ ਹੈ ਉਸਨੂੰ ਵਜਾਉਣ ਵਾਸਤੇ। ਵਿਦ ਹੌਰਰ ਹੀ ਫੈਲਟ ਅ ਪਿਨ ਪੁਲਿੰਗ ਥਰੂ ਦ ਬੈਕ ਆਫ ਹਿਸ ਸ਼ਰਟ, ਤੇ ਇੱਕ ਚੀਜ਼ ਤੋਂ ਉਹ ਡਰ ਗਿਆ। ਹੌਰਰ ਹੁੰਦਾ ਜਦੋਂ ਕੋਈ ਭੂਤ ਦੇਖ ਕੇ ਡਰ ਜਾਂਦਾ, ਉਹ ਕਿਸ ਚੀਜ਼ ਤੋਂ ਡਰ ਗਿਆ? ਕਿ ਉਸਨੂੰ ਲੱਗਿਆ ਕਿ ਉਸਦੀ ਸ਼ਰਟ ਚੋਂ ਪਿੰਨ ਡਿੱਗਣੇ ਸ਼ੁਰੂ ਹੋ ਗਏ। ਬਟ ਹੀ ਰੀਕਾਲਡ, ਪਰ ਉਸਨੂੰ ਕੀ ਯਾਦ ਆਇਆ? ਰੀਕਾਲ ਹੁੰਦਾ ਯਾਦ ਕਰਨਾ। ਉਸਨੂੰ ਯਾਦ ਆਇਆ ਹਾਊ ਮੈਨੀ ਪਿੰਸ ਹੈਡ ਬੀਨ ਇਨਸਰਟਿਡ, ਕਿ ਮਿਸਿਸ ਐਸਪਿਊਟਾ ਨੇ ਤਾਂ ਬਹੁਤ ਸਾਰੇ ਪਿੰਸ ਲਾਏ ਆ। ਲੂਜ਼ਿੰਗ ਵਨ ਵੋਂਟ ਮੈਟਰ, ਆਪਣੇ ਮਨ 'ਚ ਆਪਣੇ ਆਪ ਨੂੰ ਕਹਿੰਦਾ ਕਿ ਕੋਈ ਨਾ, ਇੱਕ ਅੱਧੀ ਪਿੰਨ ਡਿੱਗਣ ਨਾਲ ਕੁਛ ਨਹੀਂ ਹੁੰਦਾ। ਫਿਲਿਪ ਸਟਾਰਟਡ ਟੂ ਪਲੇ, ਉਸਨੇ ਕੰਸਰਟ ਦੇ ਵਿੱਚ ਵਜਾਉਣਾ ਸ਼ੁਰੂ ਕਰਤਾ। ਐਟ ਫਰਸਟ ਹਿਜ਼ ਆਰਮ ਮੂਵਡ ਬੈਕ ਐਂਡ ਫੋਰਥ ਸਲੋਲੀ, ਪਹਿਲਾਂ ਤਾਂ ਬਾਂਹ ਉਹਦੀ ਹੌਲੀ ਚੱਲ ਰਹੀ ਸੀ, ਕੋਈ ਜਿਹੜੀ ਪਿੰਨ ਸੀ ਉਹ ਗਿਰੀ ਨਹੀਂ। ਦੈਨ ਮੋਰ ਸਵਿਫਟਲੀ, ਫਿਰ ਉਸਦੀ ਬਾਂਹ ਜਿਹੜੀ ਹੈ ਉਹ ਸਵਿਫਟਲੀ ਮਤਲਬ ਬਹੁਤ ਤੇਜ਼ੀ ਨਾਲ, ਉਸਦੀ ਬਾਂਹ ਤੇਜ਼ੀ ਨਾਲ ਚੱਲਣ ਲੱਗੀ। ਜਦੋਂ ਹੀ ਬਾਂਹ ਤੇਜ਼ੀ ਨਾਲ ਚੱਲਣ ਲੱਗੀ ਤਾਂ ਸਾਰੀਆਂ ਪਿੰਸ ਕੀ ਹੋ ਗਈਆਂ? ਗਿਰ ਗਈਆਂ। ਬਿਫੋਰ ਲੌਂਗ ਦ ਹੋਲਡਿੰਗ ਹਿਜ਼ ਕਾਲਰ ਵਰ ਪੁਲਡ ਆਊਟ, ਦ ਪਿੰਸ ਹੋਲਡਿੰਗ ਹਿਜ਼ ਕਾਲਰ ਵਰ ਪੁਲਡ ਆਊਟ, ਤੇ ਜ਼ਿਆਦਾ ਦੇਰ ਉਹਨੇ ਵਜਾਇਆ ਨਹੀਂ ਸੀ ਕਿ ਉਸਦੀਆਂ ਸਾਰੀਆਂ ਪਿੰਸ ਗਿਰ ਗਈਆਂ, ਕਾਲਰ ਉਸਦਾ ਡਿੱਗਣਾ ਸ਼ੁਰੂ ਹੋ ਗਿਆ। ਦੈਨ ਦ ਅਨਰੂਲੀ ਸਲੀਵਸ, ਫਿਰ ਬਾਹਾਂ ਵੀ ਥੱਲੇ ਨੂੰ ਗਿਰ ਗਈਆਂ। ਲੂਜ਼ਰ ਐਂਡ ਲੌਂਗਰ, ਹੌਲੀ ਹੌਲੀ ਬਾਹਾਂ ਸ਼ਰਟ ਸਾਰੀ ਲੂਜ਼ ਹੁੰਦੀ ਗਈ ਤੇ ਲੰਬੀ ਹੁੰਦੀ ਗਈ, ਕਿਉਂਕਿ ਪਿੰਸ ਨਾਲ ਹੀ ਟਿਕਾਇਆ ਹੋਇਆ ਸੀ ਉਹਨਾਂ ਨੂੰ। ਸਡਨਲੀ ਦ ਸ਼ਰਟ ਫੈਲ ਅਵੇ ਫਰੋਮ ਹਿਜ਼ ਨੈਕ, ਹੌਲੀ ਹੌਲੀ ਪਿੰਸ ਸਾਰੀਆਂ ਗਿਰ ਗਈਆਂ, ਸ਼ਰਟ ਇੰਨੀ ਲੂਜ਼ ਹੋ ਗਈ ਕਿ ਉਸਦੀ ਗਰਦਨ ਤੋਂ ਗਿਰ ਗਈ। ਹੁਣ ਇਹੋ ਜਿਹੇ ਦੇ ਵਿੱਚ ਆਡੀਅנס ਨੇ ਕੀ ਕਰਨਾ ਸੀ? ਆਡੀਅנס ਕੀ ਕਰੂਗੀ? ਆਡੀਅנס ਉਹੀ ਕਰੂਗੀ ਜੋ ਆਡੀਅנס ਕਰਦੀ ਹੁੰਦੀ ਹੈ। ਆਡੀਅנס ਬਿਗਨ ਟੂ ਲਾਫ। ਦੁਨੀਆ ਦੇ ਵਿੱਚ ਜਦੋਂ ਕਿਸੇ ਨਾਲ ਕੁਝ ਗਲਤ ਹੁੰਦਾ ਨਾ, ਹਮਦਰਦੀ ਕਰਨ ਵਾਲੇ ਬਹੁਤ ਘੱਟ ਹੁੰਦੇ ਆ, ਹੱਸਣ ਵਾਲੇ ਸਭ ਤੋਂ ਜ਼ਿਆਦਾ ਹੁੰਦੇ ਆ। ਸੋ ਜਿਹੜੀ ਸਾਹਮਣੇ ਦਰਸ਼ਕਾਂ ਦੀ ਭੀੜ ਸੀ ਉਸਨੇ ਹੱਸਣਾ ਸ਼ੁਰੂ ਕਰਤਾ।
Embarrassed confusion, Philip forgot what he was playing। ਉਹ ਵਿਚਾਰਾ ਬੱਚਾ ਸੀ 11 ਸਾਲ ਦਾ, ਉਹ ਕਨਫਿਊਜ਼ ਹੋ ਗਿਆ, ਭੁੱਲ ਗਿਆ ਉਹ ਕੀ ਵਜਾ ਰਿਹਾ ਸੀ। ਸਟਾਪਡ ਕੰਪਲੀਟਲੀ, ਪੂਰੀ ਤਰ੍ਹਾਂ ਉਸਨੇ ਆਪਣੀ ਵਾਇਲਨ ਵਜਾਉਣੀ ਬੰਦ ਕਰ ਦਿੱਤੀ। ਇਸ ਡਿਜ਼ਾਸਟਰ ਨਾਲ, ਇਸ ਦੁੱਖ ਭਰੀ ਘਟਨਾ ਦੇ ਨਾਲ ਹੀ ਵਾਸ ਸੋ ਅਪਸੈਟ ਦੈਟ ਹੀ ਰਸ਼ਡ ਆਫ ਦ ਸਟੇਜ, ਸਟੇਜ ਛੱਡ ਕੇ ਭੱਜ ਗਿਆ, ਡਾਕ ਕਾਰਨਰ ਦੇ ਵਿੱਚ ਜਾ ਕੇ ਬੈਠ ਗਿਆ। ਫਾਈਟਿੰਗ ਬੈਕ ਟੀਅਰਸ, ਉਸਦਾ ਰੋਣਾ ਆਈ ਜਾਂਦਾ ਸੀ ਪਰ ਉਹ ਰੋਕਣ ਦੀ ਕੋਸ਼ਿਸ਼ ਕਰੀ ਜਾਂਦਾ ਸੀ। ਹੀ ਮੰਬਲਡ ਗਲੂਮੀਲੀ, ਗਲੂਮੀਲੀ ਮਤਲਬ ਸੈਡਲੀ, ਮਤਲਬ ਉਦਾਸੀ ਨਾਲ ਆਪਣੇ ਆਪ ਦੇ ਵਿੱਚ ਬੋਲਦਾ ਹੈ, ਆਈ ਵਿਸ਼ ਆਈ ਵਰ ਡੈਡ, ਕਾਸ਼ ਇਸ ਤੋਂ ਤਾਂ ਮੈਂ ਮਰ ਹੀ ਜਾਂਦਾ।